ਆਪ ਸਭ ਜੀ ਨੂੰ ਸਤਿ ਸ਼੍ਰੀ ਅਕਾਲ। ਜਮਾਤ 10ਵੀਂ ਦੀ ਪੁਸਤਕ ਹੈ ਸਾਹਿਤਕ ਰੰਗ ਭਾਗ ਦੂਜਾ, ਜਿਸ ਦਾ ਅਸੀਂ ਕਹਾਣੀ ਭਾਗ ਕਰ ਰਹੇ ਹਾਂ। ਪਹਿਲੀ ਕਹਾਣੀ ਹੈ ਮੈਂ ਕਿਸੇ ਤੋਂ ਘੱਟ ਨਹੀਂ। ਮੈਂ ਕਿਸੇ ਤੋਂ ਘੱਟ ਨਹੀਂ। ਇਸ ਕਹਾਣੀ ਬਾਰੇ ਥੋੜ੍ਹਾ ਜਾਣ ਪਛਾਣ ਕਰਵਾਉਂਦੇ ਹਾਂ ਤੁਹਾਨੂੰ ਕਿ ਇਹ ਕਹਾਣੀ ਡਾਕਟਰ ਦਰਸ਼ਨ ਸਿੰਘ ਆਸ਼ਟ ਜੀ ਦੀ ਲਿਖੀ ਹੋਈ ਹੈ। ਇਸ ਕਹਾਣੀ ਵਿੱਚ ਪੋਲੀਏ ਦਾ ਸ਼ਿਕਾਰ ਇੱਕ ਲੜਕੀ ਹੈ, ਜਿਸ ਦੇ ਬੜੀ ਲਗਨ ਅਤੇ ਉਤਸ਼ਾਹ ਨਾਲ ਜੋ ਸਕੂਲ ਜਾਂਦੀ ਹੈ ਅਤੇ ਕਦੇ ਵੀ ਗੈਰ ਹਾਜ਼ਰ ਨਹੀਂ ਰਹਿੰਦੀ। ਕਿੰਨਾ ਵੀ ਮੀਂਹ ਹਨੇਰ ਤੂਫਾਨ ਆ ਰਿਹਾ ਹੋਵੇ, ਉਹ ਕਦੇ ਵੀ ਸਕੂਲੋਂ ਛੁੱਟੀ ਨਹੀਂ ਕਰਦੀ, ਗੈਰ ਹਾਜ਼ਰ ਨਹੀਂ ਰਹਿੰਦੀ। ਇਸ ਤੋਂ ਇਲਾਵਾ ਉਹ ਦਲੇਰ ਵੀ ਬਹੁਤ ਜ਼ਿਆਦਾ ਹੈ। ਇੱਕ ਵਾਰ ਕਲਾਸ ਵਿੱਚ ਸੱਪ ਆ ਜਾਂਦਾ ਹੈ ਤਾਂ ਉਸਨੂੰ ਖੁਦ ਹੀ ਫੜਨ ਵਿੱਚ ਸਫਲ ਵੀ ਹੁੰਦੀ ਹੈ। ਰਜਨੀ ਦੀ ਉਮਰ 11-12 ਸਾਲ ਹੈ। ਉਸ ਦੀਆਂ ਦੋਵੇਂ ਲੱਤਾਂ ਪੋਲੀਏ ਦੇ ਸ਼ਿਕਾਰ ਕਾਰਨ ਨਕਾਰਾ ਹੋ ਚੁੱਕੀਆਂ ਹਨ, ਪਰੰਤੂ ਉਸ ਵਿੱਚ ਅੱਗੇ ਵਧਣ ਦਾ ਬਹੁਤ ਜ਼ਿਆਦਾ ਚਾਅ ਹੈ ਅਤੇ ਸਕੂਲੋਂ ਕਦੇ ਵੀ ਗੈਰ ਹਾਜ਼ਰ ਨਹੀਂ ਰਹਿੰਦੀ। ਮੀਂਹ ਇੱਕ ਵਾਰ ਕੀ ਹੋ ਰਿਹਾ ਕਿ ਮੀਂਹ ਪੈ ਰਿਹਾ ਹੈ। ਮੀਂਹ ਪੈਣ ਕਾਰਨ ਜਮਾਤ ਦੇ ਕਮਰੇ ਦੇ ਬਾਹਰ ਘਾਹ ਬਹੁਤ ਵੱਡਾ ਸੀ। ਇਸ ਕਰਕੇ ਉਹਨਾਂ ਦੀ ਜਮਾਤ ਦੇ ਕਮਰੇ ਵਿੱਚ ਰਾਹੁਲ ਨੇ ਆਪਣੇ ਬੈਂਚ ਦੀ ਲੱਤ ਨਾਲ ਇੱਕ ਸੱਪ ਲਿਪਟਿਆ ਦੇਖਿਆ ਅਤੇ ਘਬਰਾ ਗਿਆ। ਉਹ ਰੌਲਾ ਪਾਉਣ ਉੱਤੇ ਸਾਰੇ ਵਿਦਿਆਰਥੀ ਕਲਾਸ ਤੋਂ ਬਾਹਰ ਭੱਜ ਗਏ। ਅਸਲ ਵਿੱਚ ਸੱਪ ਬਾਹਰਲੇ ਘਾਹ ਵਿੱਚੋਂ ਕੰਧ ਉੱਤੇ ਚੜ੍ਹ ਕੇ ਬਾਰੀ ਰਾਹੀਂ ਕਮਰੇ ਵਿੱਚ ਆ ਗਿਆ ਸੀ। ਵਿਦਿਆਰਥੀਆਂ ਦੀ ਹਾਲ ਦੁਹਾਈ ਨਾਲ ਹੀ ਉਹ ਘਬਰਾ ਗਿਆ ਅਤੇ ਰਜਨੀ ਲਈ ਇੱਕਦਮ ਬਾਹਰ ਨਿਕਲਣਾ ਔਖਾ ਸੀ, ਕਿਉਂਕਿ ਦੋਨੇ ਲੱਤਾਂ ਤੋਂ ਅਪਾਹਿਜ ਸੀ। ਸੱਪ ਲਗਭਗ 3 ਫੁੱਟ ਲੰਬਾ ਸੀ। ਇੱਧਰ ਉੱਧਰ ਦੌੜਨ ਲੱਗਾ। ਉਸਨੂੰ ਕੋਈ ਖੁੱਡ ਵਗੈਰਾ ਨਹੀਂ ਮਿਲੀ ਜਿਸ ਵਿੱਚ ਉਹ ਛਿਪ ਜਾਵੇ। ਤਾਂ ਰਜਨੀ ਨੇ ਆਪਣੇ ਦਿਮਾਗ ਤੋਂ ਕੰਮ ਲਿਆ। ਆਪਣੀ ਸਹੇਲੀ ਪੂਜਾ ਦੇ ਬੈਗ ਖਾਲੀ ਕਰਕੇ ਆਪਣੀ ਸਹੇਲੀ ਪੂਜਾ ਦਾ ਬੈਗ ਖਾਲੀ ਕਰਕੇ ਦੋਵੇਂ ਥੋੜ੍ਹੇ ਫਰਕ 'ਤੇ ਫਰਸ਼ ਨਾਲ ਸੁੱਟ ਦਿੱਤੇ ਅਤੇ ਉਸ ਦੀ ਤਰਕੀਬ ਨੇ ਕੰਮ ਵੀ ਕੀਤਾ। ਸੱਪ ਉਸ ਬੈਗ ਵਿੱਚ ਵੜ ਗਿਆ। ਰਜਨੀ ਨੇ ਫੁਰਤੀ ਨਾਲ ਉੱਠ ਕੇ ਦੋਹਾਂ ਹੱਥਾਂ ਨਾਲ ਬੈਗ ਦਾ ਮੂੰਹ ਕੱਸ ਕੇ ਪਕੜ ਲਿੱਤਾ। ਸੱਪ ਦੀ ਥੋੜ੍ਹੀ ਜਿਹੀ ਪੂਛ ਵੀ ਬਾਹਰ ਦਿਖਾਈ ਦੇ ਰਹੀ ਸੀ। ਬਾਹਰ ਖੜੀ ਉਸ ਦੀ ਸਹੇਲੀ ਪੂਜਾ ਉਸਨੂੰ ਬਾਰ-ਬਾਰ ਕਹਿ ਰਹੀ ਹੈ ਕਿ ਬੈਗ ਛੱਡ ਕੇ ਬਾਹਰ ਆ ਜਾ, ਪਰੰਤੂ ਰਜਨੀ ਨੇ ਬੈਗ ਦਾ ਮੂੰਹ ਘੁੱਟ ਕੇ ਬੰਦ ਕੀਤਾ ਹੋਇਆ ਸੀ ਅਤੇ ਉਹ ਬਾਹਰ ਨਹੀਂ ਗਈ। ਆਪਣੀ ਦਲੇਰੀ ਉਸਨੇ ਦਿਖਾਈ ਅਤੇ ਸੇਵਾਦਾਰ ਪ੍ਰਾਨਨਾਥ ਵੀ ਉੱਥੇ ਆ ਜਾਂਦਾ ਅਤੇ ਉਸਨੂੰ ਕਹਿੰਦਾ ਕਿ ਖਤਰਾ ਮੁੱਲ ਨਾ ਲੈ, ਤੂੰ ਬਾਹਰ ਆ ਜਾ, ਸੱਪ ਡੰਗ ਦੇਵੇਗਾ। ਪਰ ਉਹ ਘਬਰਾਈ ਨਹੀਂ। ਅਧਿਆਪਕ, ਪ੍ਰਿੰਸੀਪਲ ਅਤੇ ਹੋਰ ਕਰਮਚਾਰੀ ਵੀ ਇਹਨਾਂ ਨੇ ਉੱਥੇ ਪਹੁੰਚ ਕੇ ਚੌਕੀਦਾਰ ਨੇ ਸੱਪ ਨੂੰ ਜਲਦੀ ਮਾਰ ਦੇਣ ਲਈ ਕਿਹਾ, ਪਰੰਤੂ ਰਜਨੀ ਨੇ ਕਿਹਾ ਕਿ ਸੱਪ ਨੂੰ ਮਾਰਨਾ ਨਹੀਂ ਹੈ, ਬਲਕਿ ਇਸ ਨੂੰ ਚਿੜੀਆ ਘਰ ਵਿੱਚ ਦੇਣਾ ਹੈ, ਕਿਉਂਕਿ ਇਸ ਜਾਨਵਰ ਦੀ ਜਗ੍ਹਾ ਚਿੜੀਆ ਘਰ ਵਿੱਚ ਹੈ। ਪ੍ਰਿੰਸੀਪਲ ਸਾਹਿਬ ਨੂੰ ਇਹ ਗੱਲ ਉਸ ਦੀ ਬਹੁਤ ਜ਼ਿਆਦਾ ਪਸੰਦ ਆਈ ਅਤੇ ਪ੍ਰਾਨਨਾਥ ਨੇ ਰਜਨੀ ਕੋਲੋਂ ਬੈਗ ਫੜ ਕੇ ਉਸ ਦਾ ਮੂੰਹ ਰੱਸੀ ਨਾਲ ਘੁੱਟ ਕੇ ਫੜ ਲਿਆ ਅਤੇ ਇੱਕ ਹੋਰ ਆਦਮੀ ਨੂੰ ਨਾਲ ਲੈ ਕੇ ਚਿੜੀਆ ਘਰ ਵਿੱਚ ਦੇ ਆਇਆ। ਜਦੋਂ ਚਿੜੀਆ ਘਰ ਦੇ ਵੱਡੇ ਅਫਸਰ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਹ ਲੜਕੀ ਜੋ ਪੋਲੀਓ ਦਾ ਸ਼ਿਕਾਰ ਹੈ, ਉਸਨੇ ਬਹਾਦਰੀ ਦਿਖਾਈ ਹੈ ਅਤੇ ਜੀਵ ਜੰਤੂਆਂ ਨਾਲ ਵੀ ਪਿਆਰ ਹੈ ਕਿ ਉਸਨੇ ਸੱਪ ਨੂੰ ਮਾਰਨ ਵੀ ਨਹੀਂ ਦਿੱਤਾ, ਤਾਂ ਜਦੋਂ ਸਕੂਲ ਦਾ ਸਾਲਾਨਾ ਸਮਾਗਮ ਹੋਇਆ ਤਾਂ ਚਿੜੀਆ ਘਰ ਦਾ ਅਫਸਰ ਆ ਕੇ ਖੁਦ ਆਇਆ ਅਤੇ ਸਭ ਨੂੰ ਸੰਬੋਧਨ ਕਰਦਾ ਰਜਨੀ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਅਤੇ ਅਪੰਗਤਾ ਦੇ ਬਾਵਜੂਦ ਵੀ ਦੱਸਿਆ ਕਿ ਉਹ ਕਿਸੇ ਤੋਂ ਘੱਟ ਨਹੀਂ ਹੈ ਅਤੇ ਉਸ ਦਾ ਨਾਮ ਰਾਸ਼ਟਰਪਤੀ ਅਵਾਰਡ ਲਈ ਭੇਜਣ ਦੀ ਸਿਫਾਰਿਸ਼ ਵੀ ਕੀਤੀ। ਇਨਾਮ ਲੈਣ ਪਿੱਛੋਂ ਰਜਨੀ ਦੀ ਸਹੇਲੀਆਂ ਉਸ ਦੀ ਪ੍ਰਸ਼ੰਸਾ ਕਰ ਰਹੀਆਂ ਸਨ। ਰਜਨੀ ਕਹਿ ਰਹੀ ਸੀ ਕਿ ਦ੍ਰਿੜ ਨਿਸ਼ਚਾ ਹੋਵੇ ਤਾਂ ਵੱਡੇ ਤੋਂ ਵੱਡਾ ਸੰਕਟ ਵੀ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ ਅਤੇ ਜਮਾਤੀ ਤਾੜੀਆਂ ਮਾਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਰਜਨੀ ਜਿੰਦਾਬਾਦ, ਰਜਨੀ ਜਿੰਦਾਬਾਦ। ਇੰਨੇ ਨੂੰ ਉਸ ਦੀ ਮੰਮੀ ਪਾਪਾ ਆ ਗਏ। ਉਸ ਨੂੰ ਆਪਣੀ ਗਲ ਵਕੜੀ ਵਿੱਚ ਲੈ ਲਿਆ ਅਤੇ ਉਸ ਨੂੰ ਆਪਣੀ ਲੱਤਾਂ ਵਿੱਚ ਦੋਗੁਣੀ ਤਾਕਤ ਆ ਗਈ ਪ੍ਰਤੀਤ ਹੋ ਰਹੀ ਸੀ। ਅਰਥਾਤ ਸਰੀਰ ਦਾ ਅਪੰਗ ਹੋਣਾ ਸਾਡੇ ਲਈ ਕਿਸੇ ਲਈ ਵੀ ਇੰਨਾ ਔਖਾ ਨਹੀਂ ਹੁੰਦਾ ਜਿੰਨਾ ਕਿ ਮਾਨਸਿਕ ਤੌਰ 'ਤੇ ਡਿੱਗ ਜਾਣਾ ਹੁੰਦਾ ਹੈ। ਅਗਰ ਅਸੀਂ ਮਾਨਸਿਕ ਤੌਰ 'ਤੇ ਸੁਦ੍ਰਿੜ ਹਾਂ, ਆਪਣੇ ਨਿਸ਼ਚੇ ਦੇ ਉੱਤੇ ਅਟਲ ਅੜੇ ਹੋਏ ਹਾਂ, ਤਾਂ ਸਾਨੂੰ ਕਿਸੇ ਵੀ ਕੰਮ ਵਿੱਚ ਸਫਲਤਾ ਪਾਉਣੀ ਬਹੁਤ ਆਸਾਨ ਹੋ ਜਾਂਦੀ ਹੈ। ਜਿਵੇਂ ਪੋਲੀਓ ਦਾ ਸ਼ਿਕਾਰ ਲੜਕੀ ਹੈ, ਪਰ ਸਭ ਤੋਂ ਵੱਧ ਬਹਾਦਰੀ ਉਸਨੇ ਕਲਾਸ ਵਿੱਚ ਦਿਖਾਈ ਹੈ। ਇਸ ਦੇ ਨਿਬੰਧਾਤਮਕ ਪ੍ਰਸ਼ਨ ਹਨ ਜੋ ਕਿ ਅਸੀਂ ਪਿੱਛੇ ਪੜ੍ਹ ਵੀ ਚੁੱਕੇ ਹਾਂ ਕਿ ਕਹਾਣੀ ਦਾ ਸੰਖੇਪ ਸਾਰ ਅਸੀਂ ਪੜ੍ਹ ਚੁੱਕੇ ਹਾਂ ਪਿੱਛੇ। ਮੈਂ ਕਿਸੇ ਤੋਂ ਘੱਟ ਨਹੀਂ ਕਹਾਣੀ ਦੇ ਵਿਸ਼ਾ ਵਸਤੂ ਵੀ ਅਸੀਂ ਕਹਾਣੀ ਜੋ ਹੁਣ ਪੜ੍ਹੀ ਉਸ ਵਿੱਚ ਹੀ ਹੈ। ਮੈਂ ਕਿਸੇ ਤੋਂ ਘੱਟ ਨਹੀਂ ਕਹਾਣੀ ਦਾ ਉਦੇਸ਼, ਇਸ ਦਾ ਉਦੇਸ਼ ਹੈ ਕਿ ਸਾਡੇ ਸਾਹਮਣੇ ਇੱਕ 11-12 ਸਾਲ ਦੀ ਅਪੰਗ ਲੜਕੀ ਹੈ
ਜੋ ਪੜ੍ਹਾਈ ਵਿੱਚ ਲਗਨ ਲੋਰੀ ਹੈ, ਹਾਜ਼ਰ ਦਿਮਾਗ ਹੈ, ਸੂਝ-ਬੂਝ ਹੈ, ਦਲੇਰ ਹੈ, ਜੀਵ ਜੰਤੂ ਨਾਲ ਪਿਆਰ ਹੈ ਤੇ ਸਨਮਾਨ ਨੂੰ ਦਰਸਾ ਕੇ ਬੱਚਿਆਂ ਦੇ ਮਨ ਵਿੱਚ ਲਗਨ ਤੇ ਉਤਸ਼ਾਹ ਭਰਨ ਲਈ, ਹਾਜ਼ਰ ਦਿਮਾਗੀ ਤੇ ਦਲੇਰੀ ਤੋਂ ਕੰਮ ਲੈਣ ਲਈ, ਜੀਵ ਜੰਤੂਆਂ ਨਾਲ ਪਿਆਰ ਰੱਖਣ ਲਈ ਪ੍ਰੇਰਨਾ ਦਿੰਦੀ ਹੈ ਸਾਨੂੰ ਇਹ ਕਹਾਣੀ। ਇਸ ਪ੍ਰਕਾਰ ਇਹ ਸਿੱਖਿਆਤਮਕ ਕਹਾਣੀ ਹੈ। ਇਸ ਵਿੱਚ ਦੱਸਿਆ ਕਿ ਸੱਪ ਸਾਡੇ ਦੁਸ਼ਮਣ ਨਹੀਂ, ਸਗੋਂ ਉਹ ਉਦੋਂ ਹੀ ਡੰਗ ਮਾਰਦੇ ਹਨ ਜਦੋਂ ਅਸੀਂ ਉਸ ਨੂੰ ਪਰੇਸ਼ਾਨ ਕਰਦੇ ਹਾਂ ਤਾਂ ਉਹ ਆਪਣਾ ਬਚਾਓ ਕਰਨ ਲਈ ਸਾਡੇ ਉੱਪਰ ਹਮਲਾ ਕਰਦੇ ਹਨ। ਮੈਂ ਕਿਸੇ ਤੋਂ ਘੱਟ ਨਹੀਂ ਕਹਾਣੀ ਦਾ ਸਿਰਲੇਖ ਢੁਕਵਾਂ ਹੈ ਜਾਂ ਨਹੀਂ? ਬਿਲਕੁਲ ਢੁਕਵਾਂ ਹੈ, ਕਿਉਂਕਿ ਰਜਨੀ ਨੇ ਇਹ ਦੱਸਿਆ ਹੈ ਕਿ ਚਾਹੇ ਉਹ ਉਸ ਦੀ ਹਾਲਤ ਪੋਲੀਓ ਕਰਕੇ ਜ਼ਿਆਦਾ ਅੱਛੀ ਨਹੀਂ ਸੀ, ਪਰ ਉਸ ਦੇ ਅੰਦਰ ਉਤਸ਼ਾਹ ਬਹੁਤ ਜ਼ਿਆਦਾ ਭਰਿਆ ਹੋਇਆ ਸੀ ਅਤੇ ਇਸ ਦੇ ਬਾਵਜੂਦ ਵੀ ਪੜ੍ਹਾਈ ਵਿੱਚ ਉਸ ਦੀ ਬਹੁਤ ਜ਼ਿਆਦਾ ਲਗਨ ਸੀ। ਸਕੂਲੋਂ ਕਦੇ ਗੈਰ ਹਾਜ਼ਰ ਵੀ ਨਹੀਂ ਰਹਿੰਦੀ ਅਤੇ ਬੜੀ ਹਾਜ਼ਰ ਤੇਜ਼ ਦਿਮਾਗ ਵਾਲੀ ਲੜਕੀ ਹੈ, ਦਲੇਰ ਵੀ ਹੈ, ਜੀਵ ਜੰਤੂਆਂ ਨਾਲ ਪਿਆਰ ਵੀ ਕਰਦੀ ਹੈ ਅਤੇ ਇਸ ਚਰਿੱਤਰ ਦੇ ਆਧਾਰ 'ਤੇ ਦੱਸਿਆ ਗਿਆ ਕਿ ਮੈਂ ਕਿਸੇ ਤੋਂ ਘੱਟ ਨਹੀਂ। ਰਜਨੀ ਦਾ ਚਰਿੱਤਰ ਚਿੱਤਰਨ ਅਗਰ ਅਸੀਂ ਦੇਖੀਏ ਕਿ ਉਹ ਖੇਡ ਮੁਕਾਬਲੇ ਵੀ ਖੇਡਦੀ ਹੈ, ਇਨਾਮ ਵੀ ਜਿੱਤਦੀ ਹੈ, ਅਪੰਗ ਹੋਣ ਦੇ ਬਾਵਜੂਦ ਬਹੁਤ ਜ਼ਿਆਦਾ ਤੇਜ਼ ਦਿਮਾਗ ਵਾਲੀ ਵੀ ਹੈ। ਹੋਰ ਤਾਂ ਹੋਰ ਸਮਾਂ ਆਉਣ 'ਤੇ ਉਹ ਸੱਪ ਤੋਂ ਵੀ ਨਹੀਂ ਡਰਦੀ, ਬਲਕਿ ਸੱਪ ਨੂੰ ਵੀ ਆਪਣੇ ਬੈਗ ਵਿੱਚ ਕੈਦ ਕਰ ਲੈਂਦੀ ਹੈ ਅਤੇ ਉਸ ਤੋਂ ਬਾਵਜੂਦ ਵੀ ਉਸ ਨੂੰ ਮਾਰਨ ਨਹੀਂ ਦਿੰਦੀ, ਸਗੋਂ ਚਿੜੀਆ ਘਰ ਵਿੱਚ ਪਹੁੰਚਵਾ ਦਿੰਦੀ ਹੈ। ਹਾਜ਼ਰੀ ਦੇਣ ਵਾਲੀ ਵਿਦਿਆਰਥਣ ਦਾ ਨਾਮ ਵੀ ਉਸਨੇ ਹੀ ਪ੍ਰਾਪਤ ਕੀਤਾ ਹੈ। ਰਜਨੀ ਇੱਕ ਬਹੁਤ ਹੀ ਹੋਣਹਾਰ ਲੜਕੀ ਹੈ। ਪ੍ਰਸ਼ਨ 6, ਰਜਨੀ ਸਕੂਲ ਕਿਸ ਤਰ੍ਹਾਂ ਜਾਂਦੀ ਸੀ ਅਤੇ ਖਰਾਬ ਮੌਸਮ ਦੀ ਪਰਵਾਹ ਕਿਉਂ ਨਹੀਂ ਕਰਦੀ ਸੀ? ਉਹ 11-12 ਸਾਲ ਦੀ ਸੀ, ਲੱਤਾਂ ਪੋਲੀਓ ਕਾਰਨ ਨਕਾਰਾ ਹੋ ਚੁੱਕੀਆਂ ਹਨ, ਪਰੰਤੂ ਅੱਗੇ ਵਧਣ ਦਾ ਜਜ਼ਬਾ ਉਸ ਵਿੱਚ ਬਹੁਤ ਸੀ। ਅੱਗੇ ਵਧਣ ਦੇ ਚਾਅ ਕਾਰਨ ਪਿੰਡੋਂ ਟਰਾਈਸਾਈਕਲ ਉੱਤੇ ਉਹ 3 ਕਿਲੋਮੀਟਰ ਦੂਰ ਸ਼ਹਿਰ ਦੇ ਸਕੂਲ ਵਿੱਚ ਪੜ੍ਹਨ ਜਾਂਦੀ ਸੀ ਅਤੇ ਕਦੇ ਵੀ ਗੈਰ ਹਾਜ਼ਰ ਨਹੀਂ ਹੁੰਦੀ ਸੀ। ਮੌਸਮ ਖਰਾਬ ਵੀ ਹੁੰਦਾ ਤਾਂ ਉਹ ਪਰਵਾਹ ਨਹੀਂ ਕਰਦੀ ਸੀ। ਉਸਨੂੰ ਪਤਾ ਸੀ ਕਿ ਉਹਨਾਂ ਦੇ ਸਕੂਲ ਵਿੱਚ ਹਰ ਜਮਾਤ ਦੇ ਉਸ ਵਿਦਿਆਰਥੀ ਨੂੰ ਇਨਾਮ ਦਿੱਤਾ ਜਾਂਦਾ ਹੈ ਜੋ ਕਦੇ ਗੈਰ ਹਾਜ਼ਰ ਨਹੀਂ ਹੁੰਦਾ ਅਤੇ ਉਹ ਸਭ ਤੋਂ ਵੱਧ ਹਾਜ਼ਰੀਆਂ ਲਵਾ ਕੇ ਇਸ ਇਨਾਮ ਨੂੰ ਪ੍ਰਾਪਤ ਕਰਨ ਲਈ ਉਸ ਵਿੱਚ ਇੱਕ ਜਜ਼ਬਾ ਸੀ। ਪ੍ਰਸ਼ਨ 7 ਹੈ, ਸੱਪ ਨੂੰ ਦੇਖ ਕੇ ਕਲਾਸ ਦੇ ਵਿਦਿਆਰਥੀਆਂ ਵਿੱਚ ਕਿਵੇਂ ਅਫਰਾ ਤਫਰੀ ਮਚ ਗਈ? ਕਿਉਂਕਿ ਕਲਾਸ ਦੇ ਵਿੱਚ ਜਦੋਂ ਰਾਹੁਲ ਨੇ ਦੇਖਿਆ ਕਿ ਸੱਪ ਬੈਂਚ ਦੇ ਨਾਲ ਲਿਪਟਿਆ ਹੋਇਆ ਹੈ ਤਾਂ ਘਬਰਾ ਗਿਆ। ਉਸਨੇ ਜਿਵੇਂ ਹੀ ਰੌਲਾ ਪਾਇਆ ਸਾਰੇ ਬੱਚਿਆਂ ਵਿੱਚ ਭਾਜੜ ਪੈ ਗਈ, ਪਰ ਰਜਨੀ ਲਈ ਉੱਥੋਂ ਨਿਕਲਣਾ ਸੰਭਵ ਨਹੀਂ ਸੀ ਕਿਉਂਕਿ ਉਹ ਦੋਨੇ ਲੱਤਾਂ ਤੋਂ ਨਕਾਰਾ ਹੋ ਚੁੱਕੀ ਸੀ। ਰਜਨੀ ਨੇ ਸੱਪ ਨੂੰ ਕਿਸ ਤਰ੍ਹਾਂ ਕਾਬੂ ਕੀਤਾ? ਉਸਨੇ ਆਪਣਾ ਅਤੇ ਆਪਣੀ ਸਹੇਲੀ ਪੂਜਾ ਦਾ ਬੈਗ ਖਾਲੀ ਕਰਕੇ ਫਰਸ਼ ਉੱਪਰ ਸੁੱਟ ਦਿੱਤੇ, ਜਿਸ ਵਿੱਚ ਕਿ ਸੱਪ ਵੜ ਗਿਆ ਅਤੇ ਉੱਤੋਂ ਉਸਨੇ ਘੁੱਟ ਕੇ ਉਸ ਨੂੰ ਫੜ ਲਿਆ ਅਤੇ ਮੂੰਹ ਬੰਦ ਕਰ ਲਿਆ ਬੈਗ ਦਾ ਅਤੇ ਇਸ ਪ੍ਰਕਾਰ ਉਸਨੇ ਸੱਪ ਨੂੰ ਕਾਬੂ ਵਿੱਚ ਕੀਤਾ। ਅੰਤਮ ਪ੍ਰਸ਼ਨ ਹੈ 9ਵਾਂ, ਰਜਨੀ ਦੀ ਦਲੇਰੀ ਬਹਾਦਰੀ ਬਾਰੇ ਚਿੜੀਆ ਘਰ ਦੇ ਅਫਸਰ ਨੇ ਕੀ ਕਿਹਾ? ਉਸਨੇ ਕਿਹਾ ਕਿ ਰਜਨੀ ਨੇ ਸੱਪ ਨੂੰ ਕੇਵਲ ਫੜਿਆ ਹੀ ਨਹੀਂ ਹੈ, ਬਲਕਿ ਇਸ ਨਾਲ ਇਹ ਵੀ ਦਿਖਾਇਆ ਕਿ ਉਸ ਨੂੰ ਜੀਵ ਜੰਤੂ ਨਾਲ ਕਿੰਨਾ ਪ੍ਰੇਮ ਹੈ ਅਤੇ ਉਸਨੇ ਸੇਵਾਦਾਰ ਅਤੇ ਪ੍ਰੇਮਨਾਥ ਨੂੰ ਉਸ ਨੂੰ ਮਾਰਨ ਨਹੀਂ ਦਿੱਤਾ, ਬਲਕਿ ਇਹ ਗੱਲ ਕਹਿ ਦਿੱਤੀ ਕਿ ਇਸ ਨੂੰ ਚਿੜੀਆ ਘਰ ਵਿੱਚ ਛੱਡ ਕੇ ਆਓ। ਅਤੇ ਇੱਥੋਂ ਇਹ ਵੀ ਪਤਾ ਲੱਗਿਆ ਕਿ ਅਪੰਗਤਾ ਦੇ ਬਾਵਜੂਦ ਉਹ ਕਿਸੇ ਤੋਂ ਵੀ ਘੱਟ ਨਹੀਂ ਹੈ, ਹਾਜ਼ਰ ਜਵਾਬ ਹੈ, ਤੇਜ਼ ਦਿਮਾਗ ਵਾਲੀ ਹੈ, ਕਦੇ ਨਾ ਵੀ ਗੈਰ ਹਾਜ਼ਰ ਨਾ ਰਹਿਣ ਵਾਲੀ ਲੜਕੀ ਹੈ ਅਤੇ ਉਹ ਵੱਡਾ ਅਫਸਰ ਵੀ ਕਹਿੰਦਾ ਹੈ ਕਿ ਰਾਸ਼ਟਰਪਤੀ ਅਵਾਰਡ ਲਈ ਵੀ ਇਸ ਦਾ ਨਾਮ ਭੇਜਣ ਲਈ ਸਿਫਾਰਿਸ਼ ਕਰੇਗਾ। ਕੁਝ ਛੋਟੇ ਪ੍ਰਸ਼ਨ ਹਨ ਇਸ ਦੇ। ਮੈਂ ਕਿਸੇ ਤੋਂ ਘੱਟ ਨਹੀਂ ਡਾਕਟਰ ਦਰਸ਼ਨ ਸਿੰਘ ਆਸ਼ਟ ਦੀ ਲਿਖੀ ਹੋਈ ਕਹਾਣੀ ਹੈ। ਸਾਹਿਤਕ ਰੰਗ ਭਾਗ ਦੂਜਾ ਵਿੱਚ ਦਰਸ਼ਨ ਸਿੰਘ ਆਸ਼ਟ ਦੀ ਲਿਖੀ ਹੋਈ ਕਹਾਣੀ ਹੈ ਮੈਂ ਕਿਸੇ ਤੋਂ ਘੱਟ ਨਹੀਂ। ਰਜਨੀ ਨੂੰ ਕਿਹੜੀ ਬਿਮਾਰੀ ਸੀ? ਪੋਲੀਓ ਸੀ, ਦੋਨੇ ਲੱਤਾਂ ਉਸ ਦੀਆਂ ਨਕਾਰਾ ਹੋ ਚੁੱਕੀਆਂ ਸਨ। ਰਜਨੀ ਸਕੂਲ ਜਾਣ ਲਈ ਕਦੇ ਵੀ ਮੌਸਮ ਦੀ ਪਰਵਾਹ ਨਹੀਂ ਕਰਦੀ ਸੀ। ਸੱਪ ਜਮਾਤ ਦੇ ਕਮਰੇ ਵਿੱਚ ਕਿਵੇਂ ਦਾਖਲ ਹੋਇਆ? ਕਲਾਸ ਦੇ ਬਾਹਰ, ਕਿਉਂਕਿ ਮੀਂਹ ਪੈਣ ਦੇ ਕਾਰਨ ਬਾਹਰ ਬਹੁਤ ਵੱਡਾ ਘਾਹ ਸੀਗਾ, ਘਾਹ ਦੇ ਵਿੱਚ ਉਹ ਕੰਧ ਉੱਪਰ ਚੜ੍ਹ ਕੇ ਬਾਰੀ ਥਾਣੀ ਜਮਾਤ ਦੇ ਕਮਰੇ ਵਿੱਚ ਆ ਗਿਆ ਸੀ। ਸਭ ਤੋਂ ਪਹਿਲਾਂ ਸੱਪ ਕਿਸ ਨੇ ਦੇਖਿਆ? ਜਮਾਤ ਦੇ ਵਿਦਿਆਰਥੀ ਰਾਹੁਲ ਨੇ। ਅਧਿਆਪਕ ਮੋਹਨ ਲਾਲ ਨੂੰ ਕਿਸ ਗੱਲ ਦਾ ਡਰ ਸੀ? ਅਧਿਆਪਕ ਮੋਹਨ ਲਾਲ ਨੂੰ ਡਰ ਸੀ ਕਿ ਸਕੂਲ ਦੇ ਬਾਹਰ ਵੱਡੇ ਵੱਡੇ ਘਾਹ ਵਿੱਚ ਕੋਈ ਜ਼ਹਿਰੀਲਾ ਜੀਵ ਸੱਪ ਵਗੈਰਾ ਵੀ ਹੋ ਸਕਦਾ ਹੈ ਅਤੇ ਇਸ ਕਰਕੇ ਘਾਹ ਨੂੰ ਕਟਵਾ ਦੇਣਾ ਚਾਹੀਦਾ ਹੈ। ਪਰ ਇਹ ਡਰ ਉਸਦਾ ਸੱਚ ਵੀ ਹੁੰਦਾ ਹੈ ਕਿ ਵਾਕਿਆ ਹੀ ਸੱਪ ਵੀ ਹੁੰਦਾ ਹੈ ਅਤੇ ਕਲਾਸ ਵਿੱਚ ਵੀ ਆ ਜਾਂਦਾ ਹੈ। ਪ੍ਰਸ਼ਨ 8 ਹੈ, ਸੱਪ ਦੀ
ਲੱਭਣ ਵਾਸਤੇ ਸੱਪ ਕੀ ਲੱਭਣ ਵਾਸਤੇ ਇੱਧਰ ਉੱਧਰ ਦੌੜ ਰਿਹਾ ਸੀ। ਸੱਪ ਵਿਦਿਆਰਥੀਆਂ ਦੇ ਰੋਲੇ ਤੋਂ ਘਬਰਾ ਕੇ ਆਪਣੇ ਛੁਪਣ ਲਈ ਕੋਈ ਖੁੱਡ ਵਗੈਰਾ ਲੱਭ ਰਿਹਾ ਸੀ ਤੇ ਉਸ ਨੂੰ ਖੁੱਡ ਨਹੀਂ ਮਿਲਦੀ। ਪ੍ਰਸ਼ਨ 9 ਹੈ, ਰਜਨੀ ਨੇ ਸੱਪ ਨੂੰ ਕਿੱਥੇ ਭੇਜਣ ਦੀ ਬੇਨਤੀ ਕੀਤੀ। ਰਜਨੀ ਨੇ ਕਿਹਾ ਕਿ ਸੱਪ ਨੂੰ ਮਾਰਨਾ ਨਹੀਂ ਹੈ ਬਲਕਿ ਇਸ ਨੂੰ ਚਿੜੀਆ ਘਰ ਵਿੱਚ ਛੱਡ ਦਿਓ ਕਿਉਂਕਿ ਉਹ ਜੀਵ ਜੰਤੂਆਂ ਨਾਲ ਵੀ ਪਿਆਰ ਰੱਖਦੀ ਹੈ। ਪ੍ਰਸ਼ਨ 10 ਹੈ, ਚਿੜੀਆ ਘਰ ਦੇ ਅਫਸਰ ਨੇ ਰਜਨੀ ਦੇ ਨਾਂ ਦੀ ਕਿਸ ਕੋਲ ਭੇਜਣ ਦੀ ਸਿਫਾਰਿਸ਼ ਕੀਤੀ। ਰਾਸ਼ਟਰਪਤੀ ਕੋਲ। ਅੰਤਮ ਪ੍ਰਸ਼ਨ ਹੈ ਇਸ ਦਾ, ਮੈਂ ਕਿਸੇ ਤੋਂ ਘੱਟ ਨਹੀਂ ਕਹਾਣੀ ਦੇ ਮਹੱਤਵਪੂਰਨ ਪਾਤਰ ਕੌਣ-ਕੌਣ ਹਨ। ਇਸ ਵਿੱਚ ਰਜਨੀ ਹੈ, ਉਸਦੇ ਮੰਮੀ ਪਾਪਾ ਹਨ, ਇੱਕ ਜਮਾਤ ਦਾ ਵਿਦਿਆਰਥੀ ਹੈ ਰਾਹੁਲ ਤੇ ਇੱਕ ਪੂਜਾ, ਸਕੂਲ ਦਾ ਸੇਵਾਦਾਰ ਹੈ ਪ੍ਰਾਨਨਾਥ, ਇੱਕ ਪ੍ਰਿੰਸੀਪਲ, ਹੋਰ ਅਧਿਆਪਕ ਹਨ, ਚੌਕੀਦਾਰ, ਚਿੜੀਆ ਘਰ ਦਾ ਮੁੱਖ ਅਫਸਰ ਤੇ ਵਿਦਿਆਰਥੀ ਇਸ ਕਹਾਣੀ ਦੇ ਹੋਰ ਪਾਤਰ ਹਨ। ਮੈਂ ਕਿਸੇ ਤੋਂ ਘੱਟ ਨਹੀਂ ਕਹਾਣੀ ਵਿੱਚ ਰਜਨੀ ਨੇ ਆਪਣੇ ਮਨੋਬਲ ਕਰਕੇ, ਆਪਣੇ ਉਤਸ਼ਾਹ ਕਰਕੇ ਬੜਾ ਤੇਜ਼ ਦਿਮਾਗ ਨਾਲ ਇਨਾਮ ਵੀ ਪ੍ਰਾਪਤ ਕੀਤਾ ਹੈ ਔਰ ਸਭ ਨੂੰ ਪਿੱਛੇ ਛੱਡ ਕੇ ਸਭ ਤੋਂ ਅੱਗੇ ਵੀ ਵਧੀ ਹੈ ਅਤੇ ਉਸਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਵੇਂ ਉਹ ਪੋਲੀਓ ਦਾ ਸ਼ਿਕਾਰ ਹੈ, ਉਸਦੀ ਲੱਤਾਂ ਕੰਮ ਨਹੀਂ ਕਰ ਰਹੀਆਂ, ਪਰ ਮਾਨਸਿਕ ਤੌਰ ਤੋਂ ਇੰਨੀ ਸੁਦ੍ਰਿੜ ਹੈ ਕਿ ਹਰ ਖੇਤਰ ਵਿੱਚ ਅੱਗੇ ਆਉਂਦੀ ਹੈ ਅਤੇ ਕਹਿ ਰਹੀ ਹੈ ਕਿ ਮੈਂ ਕਿਸੇ ਤੋਂ ਘੱਟ ਨਹੀਂ। ਧੰਨਵਾਦ।